कौन ਇਹੋ ਜਿਹਾ ਬੰਦਾ ਜੋ ਆਪਣੇ ਘਰ ਜਾਂ ਆਪਣੇ ਹੋਸਟਲ 'ਚ ਬੈਠ ਕੇ ਪਹਿਲੇ ਨਹਾਉਣ ਤੋਂ ਪਹਿਲੇ ਦੇਖੇ ਕਿ ਕੋਈ ਕੈਮਰਾ ਤੇ ਹੈ ਨਹੀਂ, ਉਹ ਵੀ ਗਰਲਸ ਹੋਸਟਲ 'ਚ। ਵਾਰਡਨ ਨੂੰ ਜਦ ਪਹਿਲੀ ਵਾਰ ਪਤਾ ਲੱਗਾ ਉਹਨੇ ਕੀ ਕੀਤਾ, ਉਹਨੇ ਈਸ਼ੂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। किरण खेर जी है जो बीजेपी ਦੇ MP ਆ ਚੰਡੀਗੜ੍ਹ ਦੇ, ਤੇ ਉਹਨਾਂ ਨੇ ਇੱਕ ਟਵੀਟ ਕੀਤਾ ਤੇ ਉਹਨਾਂ ਨੇ ਆਪਣੇ ਟਵੀਟ 'ਚ ਕਿਹਾ ਕਿ ਮੈਂ ਦਰਦਨਾਕ ਹੋਇਆ ਪਰ ਹਰ ਯੂਨੀਵਰਸਿਟੀ ਦਾ ਵੀ ਆਹੀ ਹਾਲ ਆ। ਪੀਯੂ ਯੂਨੀਵਰਸਿਟੀ ਦਾ ਵੀ, ਸਿਰਫ ਚੰਡੀਗੜ੍ਹ ਯੂਨੀਵਰਸਿਟੀ ਨਹੀਂ, ਪੀਯੂ ਦਾ ਵੀ, ਕਿ ਤੁਸੀਂ ਜਦੋਂ ਵੀ ਜਾਂਦੇ ਹੋ ਕਿਸੇ ਵੀ ਪ੍ਰਸ਼ਾਸਨ ਤੋਂ ਜਾਓ, ਤੁਹਾਨੂੰ ਪਹਿਲੇ ਆਹ ਸਵਾਲ ਕੀਤਾ ਜਾਂਦਾ ਕਿ ਤੂੰ ਕੀ ਕੀਤਾ, ਤੂੰ ਕਿੱਥੇ ਹੀ, ਤੂੰ ਕਿਉਂ ਹੀ, ਤੂੰ ਕੀ ਪਾਇਆ ਹੈਗਾ, ਤੈਨੂੰ ਨਹੀਂ ਪਤਾ ਹੈਗਾ ਇੱਦਾਂ ਹੋ ਸਕਦਾ, ਤੂੰ ਆਪਣੀ ਸੇਫਟੀ ਕਿਉਂ ਕੰਸੀਡਰ ਨਹੀਂ ਕੀਤੀ। ਇਹ ਪਤਾ ਕਿ ਪ੍ਰਾਈਵੇਟ ਯੂਨੀਵਰਸਿਟੀ ਦੇ ਅੰਦਰ ਇੰਨਾ ਜ਼ਿਆਦਾ ਤੁਸੀਂ ਪੈਸਾ ਲਾ ਚੁੱਕੇ ਹੁੰਦੇ ਆ ਆਪਣੀ ਸਟੱਡੀ ਦੇ ਉੱਤੇ ਕਿ ਤੁਸੀਂ ਕੁਝ ਵੀ ਰਿਸਕ ਨਹੀਂ ਕਰ ਸਕਦੇ ਕਿਸੇ ਛੋਟੀ ਗੱਲ ਪਿੱਛੇ। ਇਹਦਾ ਮਤਲਬ ਕਿ ਇੰਨੇ ਉਹ ਬੱਚਿਆਂ ਨੂੰ ਮੈਂਟਲੀ ਅਪਸੈਟ ਕੀਤਾ ਇਸ ਗੱਲ ਨੇ ਕਿ ਦੇ ਡੋਂਟ ਕੇਅਰ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਅਤੇ ਉਹਨਾਂ ਨੂੰ ਇਨਸਾਫ ਚਾਹੀਦਾ ਹੈ। ਮਤਲਬ ਇਹ ਸਿਚੁਏਸ਼ਨ ਬਹੁਤ ਜ਼ਿਆਦਾ ਦਰਦਨਾਕ ਹੈ ਅਤੇ ਜੇ ਯੂਨੀਵਰਸਿਟੀ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਹਨਾਂ ਜੋ ਕਹਿ ਰਹੇ ਨਾ ਅਫਵਾਹ, ਉਹ ਉਹਨਾਂ ਦੀ ਗੱਲਾਂ 'ਤੇ ਯਕੀਨ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਤੁਸੀਂ ਆਪ ਦੇਖ ਸਕਦੇ ਹੋ ਕਿ ਸਟੂਡੈਂਟਸ ਦੇ ਵਿੱਚ ਕਿੰਨਾ ਗੁੱਸਾ ਹੈ। ਉਹ ਬਿਨਾਂ ਕਿਸੇ ਗੱਲ ਤੋਂ ਨਹੀਂ ਹੋ ਸਕਦਾ। ਇਹ ਮੁੱਦਾ ਕਾਫੀ ਬੜਾ ਹੈ, ਜਿੰਨਾ ਯੂਨੀਵਰਸਿਟੀ ਸਾਨੂੰ ਸੋਚਣ 'ਤੇ ਕਹਿ ਰਹੀ ਹੈ ਕਿ ਘੱਟ ਹੈ, ਪਰ ਇਹ ਮੁੱਦਾ ਬਹੁਤ ਜ਼ਿਆਦਾ ਵੱਡਾ ਹੈ। ਹਰਪ੍ਰੀਤ, ਤੁਸੀਂ ਵੀ ਦੇਖਿਆ ਹੋਣਾ ਕਿ ਜਿਸ ਤਰ੍ਹਾਂ ਪ੍ਰਸ਼ਾਸਨ ਦੇ ਬਿਆਨਬਾਜ਼ੀਆਂ ਆਈਆਂ, ਕਾਲਜ ਪ੍ਰਸ਼ਾਸਨ ਨੇ ਬਿਆਨਬਾਜ਼ੀ ਕੀਤੀ ਜਾਂ ਮਹਿਲਾ ਚੇਅਰਪਰਸਨ ਮਨੀਸ਼ਾ ਗੁਲਾਟੀ ਉੱਥੇ ਪਹੁੰਚਦੇ ਨੇ, ਉਹਨਾਂ ਦੇ ਬਿਆਨਾਂ ਤੋਂ ਕੀ ਜ਼ਾਹਰ ਕੀ ਹੁੰਦਾ ਹੈ? ਦੇਖੋ, ਇੱਕ ਤੇ ਬਿਆਨ ਦੇਣ ਦਾ ਟਾਈਮ ਸਪੈਨ ਦੇਖੀਏ ਜੇ ਕਿ ਕਦੋਂ ਮੁੱਦਾ ਚੁੱਕਿਆ ਗਿਆ। ਉਹ ਮੁੱਦੇ ਚੁੱਕਣ ਤੋਂ ਪਹਿਲਾਂ, ਪਬਲਿਕ ਹੋਣ ਤੋਂ ਪਹਿਲਾਂ ਸਟੂਡੈਂਟਸ ਆਪਣੀ ਅਥਾਰਟੀ ਤੋਂ, ਆਪਣੇ ਪ੍ਰਸ਼ਾਸਨ ਤੋਂ ਗਏ, ਪਰ ਉਹਨਾਂ ਦੀ ਸੁਣਵਾਈ ਨਹੀਂ ਹੋਈ, ਅਤੇ ਹੋਈ ਤੇ ਉਹਨਾਂ ਨੂੰ ਆਹ ਕਿਹਾ ਗਿਆ ਕਿ ਤੁਸੀਂ ਦੇਖਣਾ ਹੀ ਦੇਖ ਕੇ ਨਹਾਉਣਾ ਹੈਗਾ। ਹੁਣ ਕੌਣ ਇਹੋ ਜਿਹਾ ਬੰਦਾ ਜੋ ਆਪਣੇ ਘਰ ਜਾਂ ਆਪਣੇ ਹੋਸਟਲ 'ਚ ਬੈਠ ਕੇ ਪਹਿਲੇ ਨਹਾਉਣ ਤੋਂ ਪਹਿਲੇ ਦੇਖੇ ਕਿ ਕੋਈ ਕੈਮਰਾ ਤੇ ਹੈ ਨਹੀਂ, ਤੇ ਉਹ ਵੀ ਗਰਲਸ ਹੋਸਟਲ 'ਚ। ਫਿਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਪ੍ਰਸ਼ਾਸਨ ਨੇ ਕੀ ਕੀਤਾ ਜਾਂ ਉਸ ਤੋਂ ਬਾਅਦ ਜਿਹੜੇ ਪੋਲੀਟੀਕਲ ਹੈ ਨਾ ਇਮੇਜਸ, ਆਈਕਨਸ ਆ ਜਾਂ ਜਿਹੜੇ ਆ ਕੰਮ ਕਰਦੇ, ਮਨੀਸ਼ਾ ਗੁਲਾਟੀ ਜੀ ਦਾ ਲੈ ਲਓ, ਉਹਨਾਂ ਨੇ ਆਪਣੀ ਉਹ ਵੀਡੀਓ ਹੈਗੀ ਇੱਕ ਵਾਇਰਲ ਹੋਈ ਕਿ ਉਹ ਹੱਸ ਰਹੇ ਸੀਗੇ, ਹੈ ਨਾ, ਅਤੇ ਉਹਨੇ ਕਿਰਨ ਖੇਰ ਜੀ ਹੈ ਜੋ BJP ਦੇ ਇੱਕ ਫੇਸ ਆ ਅਤੇ ਇੱਕ MP ਆ ਚੰਡੀਗੜ੍ਹ ਦੇ, ਅਤੇ ਉਹਨਾਂ ਨੇ ਇੱਕ ਟਵੀਟ ਕੀਤਾ ਅਤੇ ਉਹਨਾਂ ਨੇ ਆਪਣੇ ਟਵੀਟ 'ਚ ਕਿਹਾ ਕਿ ਮੈਂ ਦਰਦਨਾਕ ਹੋਇਆ ਪਰ मैं क्लीयर करना चाहूँगी, इंग्लिश च लिखे हुए मैं क्लीयर करना चाहूँगी कि चंडीगढ़ यूनिवर्सिटी चंडीगढ़ च नहीं आ, पंजाब च आ। फिर उन्होंने थोड़ा जिहा लिख दिता कि ये गलत होया। हुण तुसीं देखो कि आ किन्ना अपने जड़ां च आ ये गल कि साडे लई कुड़ियां दी रिस्पैक्ट, कुड़ियां दी डिगनिटी या कुड़ियां दी लाइफ इंपॉर्टेंट नहीं, जिंदगी इंपॉर्टेंट नहीं, साडे लई इंपॉर्टेंट आ अपना पॉलिटिकल करियर कि किस एरिया दे कित्थे की होया। ਭਾਵੇਂ ਸਾਊਥ ਇੰਡੀਆ 'ਚ ਕਿਸੇ ਕੁੜੀ ਨਾਲ ਕੁਛ ਹੋਇਆ, ਤੁਹਾਨੂੰ ਆਹ ਕਹਿਣਾ ਚਾਹੀਦਾ ਕਿ ਗਲਤ ਹੋਇਆ, ਤੁਹਾਨੂੰ ਆਹ ਦੱਸਣਾ ਚਾਹੀਦਾ ਕਿ ਸਾਊਥ ਇੰਡੀਆ ਉੱਥੇ ਆ, ਇੱਥੇ ਨਹੀਂ। ਅਤੇ ਆ ਮਨੀਸ਼ਾ ਗੁਲਾਟੀ ਹੋਏ, ਕਿਰਨ ਖੇਰ ਹੋਏ ਜਾਂ ਕੋਈ ਵੀ ਇਸ ਟਾਈਮ ਆ, ਇਹ ਸਭ ਤੋਂ ਵੱਡੀ ਇਸ ਪੂਰੀ ਜੋ ਇਸ਼ੂ ਆ, ਪੂਰਾ ਜਿਹੜਾ ਕੁੜੀਆਂ ਦਾ ਸਟਰਗਲ ਚੱਲ ਰਿਹਾ, ਕੁੜੀਆਂ ਦੀ ਸਟੂਡੈਂਟਸ, ਯੂ ਸਟੂਡੈਂਟਸ ਦਾ ਸਟਰਗਲ ਚੱਲ ਰਿਹਾ, ਪ੍ਰਸ਼ਾਸਨ ਚਾਹੇ ਯੂਨੀਵਰਸਿਟੀ ਤੱਕ ਦਾ ਪ੍ਰਸ਼ਾਸਨ ਹੋਏ, ਭਾਵੇਂ ਪੋਲੀਟੀਕਲ ਪ੍ਰਸ਼ਾਸਨ ਹੋਏ, ਭਾਵੇਂ ਆ ਜਿਹੜੀ ਵਿਮਨਸ ਰਾਈਟ ਲਈ ਕਮੇਟੀਜ਼ ਅਤੇ ਕਮਿਸ਼ਨਸ ਬੈਠਦੀਆਂ ਉਹ ਪ੍ਰਸ਼ਾਸਨ ਹੋਏ, ਆ ਸਾਰਿਆਂ ਦੀ ਕਮੀ ਵੀ ਆ ਅਤੇ ਇਹਨਾਂ ਦੀ ਇੱਕ ਨਾਕਾਮਯਾਬੀ, ਜਿਹਨੂੰ ਕਹੀਏ ਕਿ ਉਹ ਉਹਨਾਂ ਦਾ ਜੋ ਜਿਸ ਚੀਜ਼ ਲਈ ਉਹਨਾਂ ਨੂੰ ਬਿਠਾਇਆ ਜਾਂਦਾ ਉਹ ਕਰ ਨਹੀਂ ਪਾਏ। ਅਤੇ ਬਹੁਤ ਹੀ ਜ਼ਿਆਦਾ ਇਹਨੂੰ ਕੰਡੈਮ ਕਰਨਾ ਚਾਹੀਦਾ ਅਤੇ ਉਹਨਾਂ ਦੇ ਉੱਤੇ ਸਵਾਲ ਉਠਾਉਣੇ ਚਾਹੀਦੇ ਆ ਹੁਣ ਕਿ ਤੁਸੀਂ ਕਿਸ ਲਈ ਬੈਠੇ ਹੋ, ਕਿਉਂ ਬੈਠੇ ਹੋ, ਅਤੇ ਤੁਸੀਂ ਜੇ ਤੁਹਾਨੂੰ ਕੁਛ ਪਤਾ ਚੱਲ ਰਿਹਾ ਤਾਂ ਤੁਸੀਂ ਉਸ ਚੀਜ਼ 'ਤੇ ਰਿਸਪੌਂਸ ਕੀ ਕਰ ਰਹੇ ਹੋ। ਤੁਸੀਂ ਇਹ ਕਹਿ ਰਹੇ ਹੋ ਕਿ ਵੀ ਇਹ ਤਾਂ ਮੇਰੀ ਇੱਥੇ ਦੀ ਨਹੀਂ ਹੈ ਯੂਨੀਵਰਸਿਟੀ, ਇਹਦਾ ਮਤਲਬ ਤੇਰੀ ਇੱਥੇ ਦੀ ਹੋਏਗੀ ਤਾਂ ਉਦੋਂ ਹੀ ਤੁਸੀਂ ਕੁਛ ਬੋਲੋਗੇ। ਤੁਸੀਂ ਇੱਕ ਇਮੇਜ ਹੋ, ਤੁਸੀਂ ਇੱਕ ਲੈਵਲ 'ਤੇ, ਇੱਕ ਤਾਂ ਕੁੜੀਆਂ ਨੂੰ ਪੋਲੀਟੀਕਲ ਕਰੀਅਰ ਬਣਾਉਣਾ ਹੀ ਬਹੁਤ ਔਖਾ, ਅਤੇ ਜੇ ਕੋਈ ਪਹੁੰਚ ਵੀ ਰਹੀ ਹੈ ਤਾਂ ਉਹ ਇੱਦਾਂ ਦੀ ਸਟੇਟਮੈਂਟ ਦੇ, ਤਾਂ ਬਹੁਤ ਦੁੱਖ ਵਾਲੀ ਗੱਲ ਹੁੰਦੀ ਹੈ ਕਿ ਜੇ ਸੁਣਦੇ ਕਿ ਬਈ ਕਿ ਤੁਸੀਂ ਕਹਿ ਰਹੇ ਹੋ ਕਿ ਮਤਲਬ ਹੀ ਨਹੀਂ ਹੈ ਕੋਈ, ਕਿਤੇ ਵੀ ਹੋਏ, ਪਰ ਮੇਰੀ ਯੂਨੀਵਰਸਿਟੀ, ਮੇਰੇ ਇੱਥੇ ਨਹੀਂ ਕੁਛ ਹੋਇਆ। ਹਰਪ੍ਰੀਤ, ਇੱਕ ਗੱਲ ਤਾਂ ਜ਼ਾਹਰ ਹੈਗੀ ਹੈ ਕਿ ਜਦੋਂ ਇਹ ਸਾਰਾ ਇਨਸੀਡੈਂਟ ਹੁੰਦਾ ਹੈ, ਬੱਚਿਆਂ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ,
ਤਾਂ ਉਹ ਕਾਲਜ ਪ੍ਰਸ਼ਾਸਨ ਕੋਲ ਜਾਂਦੇ ਆ, ਹੋਸਟਲ ਵਾਰਡਨ ਕੋਲ ਜਾਂਦੇ ਆ, ਤਾਂ ਇੱਕ ਗੱਲਾਂ ਆਉਂਦੀਆਂ ਸਾਹਮਣੇ ਕਿ ਉਹਨਾਂ ਦਾ ਮੋਬਾਈਲ ਤੋੜ ਦਿੱਤਾ ਜਾਂਦਾ ਹੈ। ਤੇ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਜੇਕਰ ਮਹਿਲਾ ਕਮਿਸ਼ਨ ਹੀ ਇੰਨਾ ਵਧੀਆ ਹੁੰਦਾ, ਉਹਨਾਂ ਦੀ ਲਾਈਜ਼ਨਿੰਗ ਹੁੰਦੀ, ਤਾਂ ਉਹਨਾਂ ਕੋਲ ਜਾ ਸਕਦੇ ਸੀ ਉਹ। ਜਦੋਂ ਇਹ ਸਾਰਾ ਇਨਸੀਡੈਂਟ ਹੋ ਗਿਆ ਉਸ ਤੋਂ ਬਾਅਦ ਮਹਿਲਾ ਕਮਿਸ਼ਨ ਉੱਥੇ ਪਹੁੰਚਦਾ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਤੇ ਨਾ ਕਿਤੇ ਸਾਡਾ ਮਹਿਲਾ ਕਮਿਸ਼ਨ ਹੈਗਾ ਉਹ ਸਤਰਕ ਨਹੀਂ ਗਿਆ ਇਹਨਾਂ ਗੱਲਾਂ ਨੂੰ? ਦੇਖੋ, ਜੇ ਗੱਲ ਹੁੰਦੀ ਆ ਜਦੋਂ ਮਹਿਲਾ ਕਮਿਸ਼ਨ ਤੱਕ ਪਹੁੰਚਣ ਦੀ ਜਾਂ ਪੁਲਿਸ ਤੱਕ ਪਹੁੰਚਣ ਦੀ, ਤੇ ਇਹ ਸਟੈਪ ਵੀ ਦੂਜਾ ਸਟੈਪ ਹੁੰਦਾ ਵਾ। ਇਸ ਤੋਂ ਪਹਿਲਾਂ ਇੱਕ ਸਟੈਪ ਹੁੰਦਾ ਹਰ ਯੂਨੀਵਰਸਿਟੀ 'ਚ, ਹਰ ਕਾਲਜ 'ਚ ਤੇ ਹਰ ਸਕੂਲ 'ਚ ਇੱਕ ਕਮੇਟੀ ਬਣਦੀ ਆ। ਉਹ ਕਮੇਟੀ ਬਣਦੀ ਆ ਸੈਕਸ਼ੂਅਲ ਹਰਾਸਮੈਂਟ, ਔਰਤਾਂ ਦੇ ਖਿਲਾਫ ਜੋ ਸੈਕਸ਼ੂਅਲ ਹਰਾਸਮੈਂਟ ਹੁੰਦੀ ਆ ਜਾਂ ਕੋਈ ਵੀ ਜੈਂਡਰ ਸੈਂਸਿਟਿਵ ਇਸ਼ੂ ਹੋਏ, ਉਹ ਇਸ਼ੂਜ਼ 'ਤੇ ਕੰਮ ਕਰਨ ਲਈ ਹਰ ਇੱਕ ਲੈਵਲ 'ਤੇ, ਸਿਰਫ ਯੂਨੀਵਰਸਿਟੀਜ਼ ਨਹੀਂ, ਇਹ ਕਿਸੇ ਵੀ ਪ੍ਰੋਫੈਸ਼ਨਲ ਜਿੱਥੇ ਵੀ ਕੰਮ ਚੱਲਦਾ ਹੈ ਨਾ, EMPLOYMENT ਜਿੱਥੇ ਵੀ ਹੁੰਦੀ ਉਹ ਹਰ ਜਗ੍ਹਾ ਬਣਦੀ ਆ। ਤੇ ਹੁਣ ਇਹ ਸਵਾਲ ਆ ਕਿ ਕੁੜੀਆਂ ਜੇ ਵਾਰਡਨ ਤੋਂ ਗਈਆਂ ਜਾਂ ਕਮੇਟੀ ਤੋਂ ਗਈਆਂ, ਉਹਨਾਂ ਨੇ ਕੁਝ ਨਹੀਂ ਕੀਤਾ, ਤੇ ਉਸ ਤੋਂ ਬਾਅਦ ਵੀ ਜਦੋਂ ਆ ਪੂਰਾ ਮੁੱਦਾ ਨਿਕਲ ਕੇ ਬਾਹਰ ਆਇਆ, ਮੁੱਦਾ ਕਦੋਂ ਯੂਨੀਵਰਸਿਟੀ ਪ੍ਰਸ਼ਾਸਨ ਜਾਂ ਕੋਈ ਵੀ ਕਹਿ ਲਓ ਪੁਲਿਸ ਹੈ ਨਾ, ਪੁਲਿਸ ਜਾਂ ਮਹਿਲਾ ਜਿੰਨੀ ਵੀ ਇਹ ਕਮਿਸ਼ਨਸ ਬੈਠੀਆਂ, ਇਹਨਾਂ ਨੇ ਕਦੋਂ ਆਪਣੀ ਸਟੇਟਮੈਂਟਸ ਦਿੱਤੀਆਂ, ਕਦੋਂ ਇਹਨਾਂ ਨੂੰ ਅਕਲ ਆਈ ਕਹੀਏ, ਜਾਂ ਕਦੋਂ ਇਹਨਾਂ ਨੂੰ ਲੱਗਿਆ ਕਿ ਨਹੀਂ ਬਈ ਮੈਟਰ ਸਟਰੋਂਗ ਆ ਤੇ ਮੈਟਰ ਤੇ ਬੋਲਣਾ ਚਾਹੀਦਾ? ਜਦੋਂ ਸਟੂਡੈਂਟਸ ਨੇ ਸਟਰਗਲ ਕਰਤਾ, ਜਦੋਂ ਉਹ ਬਾਹਰ ਨਿਕਲ ਆਏ, ਤੇ ਇਹਦਾ ਮਤਲਬ ਆ ਉਹਨਾਂ ਦੀ ਸਟੇਟਮੈਂਟ ਹੁਣ ਕੁਝ ਵੀ ਹੋਏ, ਹੁਣ ਪ੍ਰਸ਼ਾਸਨ, ਯੂਨੀਵਰਸਿਟੀ ਪ੍ਰਸ਼ਾਸਨ ਕੁਝ ਕਰੇ ਜਾਂ ਹੁਣ ਮਹਿਲਾ ਕਮਿਸ਼ਨ ਕੁਝ ਕੋਈ ਕਹੇ ਜਾਂ ਪੁਲਿਸ ਕੁਝ ਕਹੇ, ਕੁਝ ਮੈਟਰ ਨਹੀਂ ਕਰਦਾ, ਕਿਉਂਕਿ ਸਟੂਡੈਂਟਸ ਨੂੰ ਬਾਹਰ ਨਿਕਲਣਾ ਪਿਆ। ਜਿਹੜੀ ਯੂਨੀਵਰਸਿਟੀ ਅਥਾਰਟੀਜ਼ ਆ, ਹੁਣ ਉਹ ਇੱਕ ਐਕਟ ਬਣਿਆ, ਲੀਗਲ ਐਕਟ ਆ। ਉਹ ਸਭ ਤੋਂ ਗਲਤ ਗੱਲ ਤੇ ਆ ਕਿ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਐਕਟ ਹੈ ਇਹ ਜਿਹਾ, ਤੇ ਉਹਨਾਂ ਦੇ ਰਾਈਟਸ ਕੀ ਆ ਯੂਨੀਵਰਸਿਟੀ 'ਚ। ਹੁਣ ਚਲੋ ਉਹਨਾਂ ਨੂੰ ਪਤਾ ਵੀ ਹੋਏਗਾ, ਤੇ ਸਾਨੂੰ ਸਾਰਿਆਂ ਨੂੰ ਪਤਾ, ਚਾਹੇ ਉਹ ਮਹਿਲਾ ਕਮਿਸ਼ਨ ਹੋਏ, ਚਾਹੇ ਉਹ ਪੁਲਿਸ ਹੋਏ, ਚਾਹੇ ਆਪਣੀ ਯੂਨੀਵਰਸਿਟੀ ਦੀ ਪ੍ਰਸ਼ਾਸਨ ਹੈ, ਹਰ ਯੂਨੀਵਰਸਿਟੀ ਦਾ ਵੀ ਆਹੀ ਹਾਲ ਆ। ਪੀਯੂ ਯੂਨੀਵਰਸਿਟੀ ਦਾ ਵੀ, ਸਿਰਫ ਚੰਡੀਗੜ੍ਹ ਯੂਨੀਵਰਸਿਟੀ ਨਹੀਂ, ਪੀਯੂ ਦਾ ਵੀ, ਕਿ ਤੁਸੀਂ ਜਦੋਂ ਵੀ ਜਾਂਦੇ ਹੋ ਕਿਸੇ ਵੀ ਪ੍ਰਸ਼ਾਸਨ ਤੋਂ ਜਾਓ, ਤੁਹਾਨੂੰ ਪਹਿਲੇ ਆਹ ਸਵਾਲ ਕੀਤਾ ਜਾਂਦਾ ਕਿ ਤੂੰ ਕੀ ਕੀਤਾ, ਤੂੰ ਕਿੱਥੇ ਹੀ, ਤੂੰ ਕਿਉਂ ਹੀ, ਤੂੰ ਕੀ ਪਾਇਆ ਹੈਗਾ, ਤੈਨੂੰ ਨਹੀਂ ਪਤਾ ਹੈਗਾ ਇੱਦਾਂ ਹੋ ਸਕਦਾ, ਤੂੰ ਆਪਣੀ ਸੇਫਟੀ ਕਿਉਂ ਕੰਸੀਡਰ ਨਹੀਂ ਕੀਤੀ? ਹੁਣ ਜਿੰਨੇ ਵੀ ਇਹ ਹੋਸਟਲ ਵਾਰਡਨਸ ਹੈ, ਭਾਵੇਂ ਪੀਯੂ ਦੇ ਹੋਣ, ਭਾਵੇਂ ਸੀਯੂ ਦੇ ਹੋਣ, ਭਾਵੇਂ ਹੋਰ ਪ੍ਰਾਈਵੇਟ ਕਾਲਜਸ ਦੇ ਹੋਣ, ਜਿੱਥੇ ਵੀ ਕੁੜੀਆਂ ਦੇ ਹੋਸਟਲ ਆ, ਉੱਥੇ ਹੋਸਟਲ ਵਾਰਡਨ ਹਮੇਸ਼ਾ ਇੱਕ ਪਿੱਤਰ ਸੱਤਾ ਮਾਈਂਡਸੈਟ ਵਾਲੀ ਔਰਤ ਹੁੰਦੀ ਹੈ। ਹਮੇਸ਼ਾ ਉਹਨੂੰ ਰੱਖਿਆ ਜਾਂਦਾ ਜਿਹੜੀ ਉਹਨੂੰ ਟੋਕਦੀ ਹੈ ਵੀ ਤੇਰੇ ਕੱਪੜੇ ਸ਼ਾਰਟਸ ਕਿਉਂ ਪਾਏ ਨੇ, ਛੋਟੇ ਕੱਪੜੇ ਕਿਉਂ ਪਾਏ ਨੇ, ਤੁਸੀਂ ਇਸ ਵੇਲੇ ਬਾਹਰ ਨਹੀਂ ਜਾ ਸਕਦੇ। ਤੁਹਾਨੂੰ ਪਤਾ ਹੈ ਪੀਯੂ ਦੇ ਅੰਦਰ 24/7 ਹੋਸਟਲ ਹੈ, ਇੱਥੇ ਵੀ 3-3 ਰਜਿਸਟਰ ਰੱਖੇ ਹੋਏ ਆ। ਉਸ ਤੋਂ ਬਾਅਦ ਵੀ ਕੁੜੀਆਂ ਦੇ 24/7 ਹੋਸਟਲ ਹੋਣ ਤੋਂ ਬਾਅਦ ਵੀ ਇੱਕ ਰਜਿਸਟਰ ਵੀ ਜਾਣ ਵੇਲੇ ਦੱਸਣਾ, ਜੇ ਤੁਸੀਂ 5 ਮਿੰਟ ਲਈ ਜਾਂਦੇ ਹੋ ਉਹ ਵੀ ਤੁਸੀਂ ਲਿਖ ਕੇ ਜਾਓ ਵੀ ਅਸੀਂ ਬਾਹਰ ਗਏ ਸੀਗੇ। ਫਿਰ 24/7 ਦਾ ਕੀ ਮਤਲਬ ਹੈ? ਜੇ ਤੁਸੀਂ ਇੱਕ ਕੈਂਟਰੀ ਕਰਾਉਣੀ ਆ, ਉੱਥੇ ਜੇ ਤੁਸੀਂ ਇਨ ਕੰਪੈਰੀਜ਼ਨ ਦੇਖੋ ਮੁੰਡਿਆਂ ਦੇ ਹੋਸਟਲ ਕੋਈ ਰਜਿਸਟਰ ਨਹੀਂ ਹੈ। ਉਹ ਰਜਿਸਟਰ ਹੈ ਵੀ ਤਾਂ ਕੁਝ ਲਿਖਣਾ ਜ਼ਰੂਰੀ ਨਹੀਂ ਹੈ, ਕੋਈ ਜਦ ਮਰਜੀ ਆਵੇ ਜਾਵੇ, ਕੋਈ ਮਤਲਬ ਉਹਨਾਂ ਨੂੰ ਪੁੱਛ ਗਿੱਛ ਨਹੀਂ, ਉਹਨਾਂ ਨੂੰ ਕੱਪੜੇ ਤਾਂ ਚਲੋ ਦੂਰ ਦੀ ਗੱਲ ਆ, ਉੱਥੇ ਤਾਂ ਕੋਈ ਆਉਂਦਾ ਹੀ ਨਹੀਂ ਕਿ ਕੀ ਕੱਪੜੇ ਪਾਏ ਨੇ, ਆਉਣ ਜਾਣ 'ਤੇ ਵੀ ਕੋਈ ਰੋਕ ਟੋਕ ਨਹੀਂ ਹੈ। ਇੱਥੇ ਸਾਨੂੰ ਸੈਨੇਟ ਤੋਂ, ਜਿਹੜੀ ਸੈਨੇਟ ਸਿੰਡੀਕੇਟ ਤੋਂ ਅਪਰੂਵ ਹੋਈ 24/7 ਹੋਸਟਲ ਜਿਹੜੀ ਕੁੜੀਆਂ ਦਾ, ਉਹ ਵੀ ਜਦ ਹੁਣ ਨਵੇਂ ਬੱਚਿਆਂ ਨੂੰ ਨਹੀਂ ਪਤਾ ਕਿ ਕੀ ਰੂਲਸ ਨੇ, ਉਹਨਾਂ ਨੂੰ ਇਹ ਕਈ ਵਾਰਡਨਸ ਰੋਕ ਲੈਂਦੇ ਨੇ, ਕਈ ਉਹਨਾਂ ਨੂੰ ਮਜਬੂਰ ਕਰਦੇ ਨੇ ਕਿ ਆਪਣੀ ਐਂਟਰੀਆਂ ਕਰਕੇ ਜਾਓ। ਉਸੇ ਤਰੀਕੇ ਨਾਲ ਜਿੰਨੇ ਵੀ ਤੁਸੀਂ ਪ੍ਰਾਈਵੇਟ, ਇੱਥੇ ਤਾਂ ਫਿਰ ਵੀ ਪਬਲਿਕ ਯੂਨੀਵਰਸਿਟੀ ਦਾ ਮਾਹੌਲ ਖੁੱਲ੍ਹਾ ਹੈ, ਇੱਥੇ ਸਾਨੂੰ ਆਜ਼ਾਦੀ ਹੈ ਆਪਣੇ ਥਾਟ ਦੀ, ਅਸੀਂ ਪ੍ਰੋਟੈਸਟ 'ਤੇ ਬਹਿ ਜਾਂਦੇ ਹਾਂ। ਜੇ ਤੁਸੀਂ ਪ੍ਰਾਈਵੇਟ ਦੇ ਅੰਦਰ ਦੇਖੋ, ਜਿੰਨੇ ਵੀ ਹੈ, ਭਾਵੇਂ MCM ਵੀ ਹੈ, ਹੋਰ ਵੀ ਜਿੰਨੇ ਚੰਡੀਗੜ੍ਹ 'ਚ ਹੈਗੇ ਆ ਵੂਮੈਨਸ ਹੋਸਟਲ, 6 ਵਜੇ ਸਾਰਿਆਂ ਦੀ ਕਰਫਿਊ ਟਾਈਮਿੰਗ ਹੈ, 6 ਵਜੇ ਤੁਸੀਂ ਅੰਦਰ ਆ ਜਾਓ। ਉਹਨਾਂ ਨੂੰ ਉਹਨਾਂ ਦੇ ਕੱਪੜਿਆਂ ਬਾਰੇ ਬੋਲਿਆ ਜਾਂਦਾ ਹੈ, ਜੇ ਉਹ ਬਾਹਰ ਕਿਤੇ ਦਿਸ ਜਾਣ ਕਿਸੇ ਦੇ ਨਾਲ, ਕਈ ਵਾਰ ਇੱਦਾਂ ਹੁੰਦਾ ਕਿ ਸਟੂਡੈਂਟਸ ਹੀ ਅੰਦਰ ਇੱਦਾਂ ਦੇ ਵਿੱਚ ਉਹਨਾਂ ਨੇ ਆਪਣੇ ਛੱਡੇ ਹੁੰਦੇ ਆ ਵੀ ਤੁਸੀਂ ਇਨਫੋਰਮੇਸ਼ਨ ਦੱਸੋ ਇਸ ਕੁੜੀ 'ਤੇ, ਵੀ ਉਹਨਾਂ ਨੂੰ ਹਰਾਸ ਕੀਤਾ ਜਾਵੇ ਹੋਸਟਲ ਦੇ ਅੰਦਰ। ਇਹ ਕਲਚਰ ਬਹੁਤ ਪਪੂਲਰ ਹੈ ਔਰ ਇਹੀ ਸਾਰੀ ਪ੍ਰਾਈਵੇਟ ਯੂਨੀਵਰਸਿਟੀ 'ਚ ਹੁੰਦਾ। ਸੀਯੂ 'ਚ ਵੀ ਉਹੀ ਹੈ। ਤਾਂ ਵਾਰਡਨ ਨੂੰ ਜਦ ਪਹਿਲੀ ਵਾਰ ਪਤਾ ਲੱਗਾ, ਉਹਨੇ ਕੀ ਕੀਤਾ, ਉਹਨੇ ਇਸ਼ੂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਕਿੱਦਾਂ ਇਹ ਕਿਸ ਵਾਰਡਨ ਦਾ ਹੱਕ ਹੈ ਕਿ ਕਿਸੇ ਵੀ ਸਟੂਡੈਂਟ ਦਾ ਫੋਨ ਫੜ ਕੇ ਤੋੜ ਦਿੱਤਾ ਜਾਵੇ? ਲੇਕਿਨ ਵਾਰਡਨ ਤੇ ਕਾਰਵਾਈ ਹੋ ਗਈ। ਅੱਜ ਸਵੇਰ ਤੋਂ ਬਿਆਨ ਲਗਾਤਾਰ ਚੱਲ ਰਿਹਾ, ਕਹਿੰਦੇ 3 ਮੈਂਬਰੀ ਸਿੱਟ ਵੀ ਬਣਾ ਦਿੱਤੀ ਗਈ ਹੈ DGP ਦੇ ਵੱਲੋਂ, ਤੇ ਨਾਲ ਹੀ ਹੋਸਟਲ ਜਿਹੜੀ ਵਾਰਡਨ ਸੀਗੀ ਉਹਨਾਂ ਤੇ ਕਾਰਵਾਈ ਹੋ ਗਈ। ਦੇਖੋ, ਇੱਕ ਲਾਅ 'ਚ ਨਾ ਬੜਾ ਹੀ ਪੁਰਾਣੀ ਸੇਇੰਗ ਹੈ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਸੋ ਦਿਸ ਇਜ਼ ਜਸਟਿਸ ਡਿਲੇਡ। ਤੁਸੀਂ ਸਾਰਾ ਗੰਦ ਪਾ ਕੇ ਪਹਿਲਾਂ ਮੁੱਦੇ ਨੂੰ ਚੰਗੀ ਤਰ੍ਹਾਂ ਦਬਾ ਕੇ, ਹੁਣ ਪਤਾ ਹੈ ਵੀ ਉਸ ਸਟੇਜ ਤੇ ਆ ਚੁੱਕਾ ਹੈ ਵੀ ਦੱਬ ਨਹੀਂ ਰਿਹਾ, ਹਰ ਜਗ੍ਹਾ ਪਤਾ ਹੈ। NDTV ਨੇ ਕਵਰ ਕਰ ਲਿਆ, ਨੈਸ਼ਨਲ ਨਿਊਜ਼ਪੇਪਰਸ ਨੇ ਕਵਰ ਕਰ ਲਿਆ, ਲੋਕਲ ਨੇ ਕਵਰ ਕਰ ਲਿਆ, ਇੰਨਾ ਇਕੱਠ ਹੋ ਗਿਆ। PU ਤੋਂ ਜਿਹੜੇ ਪੋਲੀਟੀਕਲ ਸਟੂਡੈਂਟ ਆਰਗੇਨਾਈਜੇਸ਼ਨ ਨੇ ਉਹ ਉੱਥੇ ਪਹੁੰਚ ਗਏ ਨੇ, ਤਾਂ ਹੁਣ ਸਟੇਟਮੈਂਟਸ ਚੇਂਜ ਕਰਨੀ ਪੈਣੀ। ਹੁਣ ਉਹਨਾਂ ਨੂੰ ਇੱਕ ਉਹ ਚਾਹੀਦਾ ਬੰਦਾ ਜਿਹਦੇ ਤੇ ਅਸੀਂ ਸਿੱਟ ਸਕੀਏ। ਹੁਣ ਵਾਰਡਨ ਹੈ,
ਆਬਵੀਅਸਲੀ, ਪਰ ਉਸ ਡਿਸੀਜਨ 'ਚ ਇਹ ਨਹੀਂ ਹੋ ਸਕਦਾ ਕਿ ਬਾਕੀ ਐਡਮਿਨਿਸਟ੍ਰੇਸ਼ਨ ਦੀ ਕੋਈ ਇਨਵੋਲਵਮੈਂਟ ਨਹੀਂ ਸੀਗੀ। ਤੁਸੀਂ ਪੁਲਿਸ ਤਾਂ ਹਜੇ ਵੀ ਤੁਸੀਂ ਕੱਲ ਵੀ ਦੇਖਿਆ ਉਹ ਜਿਹੜੇ ਪੁਲਿਸ ਦੀ ਕਾਰਗੁਜ਼ਾਰੀ ਕਿਵੇਂ ਦੇਖਦੇ ਹੋ? ਦੇਖੋ ਪੁਲਿਸ ਤਾਂ ਦੇਖੋ ਕਠਪੁਤਲੀ ਹੈ, ਤੁਹਾਨੂੰ ਵੀ ਪਤਾ ਹੈ ਜੋ ਪਿੱਛੇ ਆਰਡਰ ਹੈ ਤੇ ਉਹਨਾਂ ਦਾ ਆਦਤ ਹੈ। ਪੁਲਿਸ ਦੀ ਅੱਜ ਤੋਂ ਆਦਤ ਨਹੀਂ ਹੈ, ਚਾਹੇ ਆਜ਼ਾਦ ਭਾਰਤ ਦੀ ਪੁਲਿਸ ਹੋਵੇ, ਉਹਨਾਂ ਨੇ ਇਹੀ ਕੀਤਾ ਹੈ। ਉਹਨਾਂ ਨੇ ਬਰੂਟੈਲਿਟੀ ਜਿਹੜੀ ਇੱਕ ਹੁੰਦੀ ਹੈ ਕਿ ਜ਼ੋਰ ਅਜ਼ਮਾਇਸ਼ੀ ਕਰਨਾ, ਭਾਵੇਂ ਕੋਈ ਨੌਕਰੀਆਂ ਦੇ ਧਰਨੇ ਤੇ ਬੈਠਾ ਇਹ ਵੀ ਹੋਵੇ। ਗੱਲਾਂ ਸਾਹਮਣੇ ਆ ਰਹੀਆਂ ਸੀ, ਕਹਿੰਦੇ ਰਾਤ ਨੂੰ ਬੱਚਿਆਂ ਤੇ ਜਿਹੜੀ ਹੈ ਲਾਠੀ ਚਾਰਜ ਹੋਈ, ਤੁਹਾਡੇ ਤੱਕ ਇਹ ਗੱਲਾਂ ਪਹੁੰਚੀਆਂ? ਹਾਂਜੀ ਹਾਂਜੀ, ਮੇਰੀ ਫਰੈਂਡ ਵੀ ਆ ਉੱਥੇ, ਨਾਲ ਸਾਡੇ ਫਰੈਂਡਸ ਵੀ ਆ, ਤੇ ਉਹਨਾਂ ਨੇ ਆ ਵੀ ਦੱਸਿਆ ਲਾਠੀ ਚਾਰਜ ਵੀ ਹੋਏ, ਫੋਨ ਵੀ ਟੁੱਟਿਆ ਸਟੂਡੈਂਟਸ ਦੇ, ਸਟੂਡੈਂਟਸ ਡਰ ਵੀ ਗਏ ਆ, ਸਟੂਡੈਂਟਸ ਨੂੰ ਬੰਦ ਵੀ ਕੀਤਾ ਗਿਆ ਹੋਸਟਲ, ਸਟੂਡੈਂਟਸ ਦੇ ਪੈਰੈਂਟਸ ਨੂੰ ਵੀ ਫੋਨ ਕੀਤਾ ਗਿਆ ਕਿ ਆਪਣੇ ਬੱਚਾ ਲੈ ਜਾਓ ਆ ਕੇ। ਤੇ ਇੱਕ ਹੋਰ ਗੱਲ ਜੋ ਹੋਈ ਆ ਉੱਥੇ ਕਿ ਸਟੂਡੈਂਟਸ ਨੂੰ ਬੰਦ ਕਰਤਾ ਗਿਆ, ਤੇ ਉਹਨਾਂ ਜੋ ਸਟੂਡੈਂਟਸ ਬਾਹਰ ਹੀ ਜਦੋਂ ਆਪਣੇ ਹੋਸਟਲ ਹੀ ਆਣਾ ਹੀ ਉਹਨਾਂ ਨੇ ਵਾਪਸ, ਜਦੋਂ ਹੋਸਟਲ ਵਾਪਸ ਆਏ ਤਾਂ ਉਹਨਾਂ ਦਾ ਨਾਮ ਨੋਟ ਕੀਤੇ ਗਏ। ਉਹ ਨਾਮ ਨੋਟ ਕੀਤੇ ਗਏ ਕਿ ਜੇ ਹੁਣ ਨਹੀਂ ਕੋਈ ਐਕਸ਼ਨ ਲੈ ਸਕਦੇ ਤੇ ਜਦੋਂ ਤੁਸੀਂ ਬਾਅਦ 'ਚ ਜਦੋਂ ਸ਼ਾਂਤ ਹੋ ਜਾਏਗਾ ਮਾਮਲਾ, ਅਸੀਂ ਉਦੋਂ ਤੁਹਾਡੇ ਤੇ ਐਕਸ਼ਨ ਲਾਵਾਂਗੇ। ਉਹ ਡਰ, ਉਹ ਇੱਕ ਤੇ ਪ੍ਰਾਈਵੇਟ ਯੂਨੀਵਰਸਿਟੀ, ਉਹ ਡਰ ਬਣਾਇਆ ਗਿਆ। ਪਰ ਇਹ ਇੱਕ ਸਟੂਡੈਂਟ ਕਹਿ ਲਓ ਕਿ ਸਟੂਡੈਂਟ ਲਾਈਫ ਵਿੱਚ ਇੱਕ ਸਟਰਗਲ ਤੇ ਦੇਖਣਾ ਹੀ ਜ਼ਰੂਰੀ ਹੁੰਦਾ। ਮਤਲਬ ਬੜੀ ਕਮਾਲ ਦਾ ਉਹਨਾਂ ਨੇ ਆਪਣਾ ਜਿਹੜਾ ਹੈ ਸਾਰਾ ਕੀਤਾ। ਅਸੀਂ ਵੀ ਉੱਥੇ ਕਵਰ ਕੀਤਾ ਸੀ ਕਿ ਬਕਾਇਦਾ ਉਹਨਾਂ ਨੇ ਹਿਊਮਨ ਜਿਹੜੀ ਚੈਨ ਬਣਾ ਕੇ ਉਹਨਾਂ ਨੇ ਮੁੰਡੇ ਕੁੜੀਆਂ ਨੇ ਬੜਾ ਵਧੀਆ ਸਿੰਪਥੀ ਤਰੀਕੇ ਨਾਲ ਆਪਣਾ ਪ੍ਰੋਟੈਸਟ ਕੀਤਾ। ਉਹਦੇ ਬਾਰੇ ਕਿਵੇਂ? ਦੇਖੋ ਇਹ ਇੱਕ ਨਾ ਸਟੂਡੈਂਟ ਲਾਈਫ ਜਿਹੜੀ ਹੁੰਦੀ ਆ ਨਾ, ਇਹ ਇੱਕ ਕਮਿਊਨਿਟੀ ਬਿਲਡਿੰਗ ਹੁੰਦੀ ਆ। ਜੇ ਤੁਸੀਂ ਸਟੂਡੈਂਟ ਨਾ, ਤੁਸੀਂ ਆਪਣੀ ਕਮਿਊਨਿਟੀ ਬਿਲਡ ਕਰ ਰਹੇ ਹੁੰਦੇ ਹੋ, ਤੁਸੀਂ ਗਰੋ ਕਰ ਰਹੇ ਹੁੰਦੇ ਹੋ, ਤੁਸੀਂ ਆਪਣੇ ਘਰਦਿਆਂ ਨੂੰ ਛੱਡ ਕੇ ਤੁਸੀਂ ਜੋ ਸਿੱਖਿਆ ਹੁੰਦਾ ਤੁਸੀਂ ਨਵਾਂ ਕੁਝ ਸਿੱਖ ਰਹੇ ਹੁੰਦੇ ਹੋ। ਤੇ ਜਿਹੜਾ ਸਟਰਕਚਰ ਆ ਹੁਣ ਇਹਨੂੰ ਪ੍ਰਾਈਵੇਟ ਕਰਕੇ, ਇੱਕ ਤੇ ਪ੍ਰਾਈਵੇਟਾਈਜੇਸ਼ਨ ਦਾ ਵੀ ਸਵਾਲ ਆ ਕਿ ਕੋਈ ਐਜੂਕੇਸ਼ਨ ਸਿਸਟਮ ਪ੍ਰਾਈਵੇਟ ਨਹੀਂ ਹੋਣਾ ਚਾਹੀਦਾ। ਐਜੂਕੇਸ਼ਨ ਹਮੇਸ਼ਾ ਓਪਨ ਤੇ ਪਬਲਿਕ ਹੋਣੀ ਚਾਹੀਦੀ ਆ। ਉਹ ਓਪਨ ਤੇ ਪਬਲਿਕ ਹੋਣ ਦਾ ਰੀਜ਼ਨ ਇਹ ਵੀ ਆ ਜੋ ਹੁਣ ਹੋਇਆ ਚੰਡੀਗੜ੍ਹ ਯੂਨੀਵਰਸਿਟੀ 'ਚ। ਪਰ ਤੁਸੀਂ ਦੇਖੋ ਕਿ ਹੁਣ ਜੋ ਚੰਡੀਗੜ੍ਹ ਯੂਨੀਵਰਸਿਟੀ ਜੋ ਵਿਦਿਆਰਥੀ ਸਟਰਗਲ ਕਰ ਰਹੇ, ਜੋ ਸਟੂਡੈਂਟਸ ਜੋ ਸਟਰਗਲ ਕਰ ਰਹੇ ਆ ਕਿ ਕਿੰਨਾ ਡਰ ਗਏ ਕਿ ਡਰ ਖਤਮ ਹੋ ਗਿਆ। ਕਿ ਤੁਸੀਂ ਇੰਨਾ ਡਰਾਤਾ ਸਟੂਡੈਂਟਸ ਨੂੰ ਕਿ ਸਟੂਡੈਂਟਸ ਇਹ ਕਹਿੰਦੇ ਤੁਸੀਂ ਕਰੋ ਜੋ ਕਰਨਾ ਹੁਣ, ਕਿਉਂਕਿ ਸਾਨੂੰ ਪਤਾ ਕਿ ਅੱਜ ਨਹੀਂ ਤੇ ਕੱਲ ਅੱਗ ਆਪਣੇ ਘਰੇ ਵੀ ਆਉਣੀ ਆ, ਹੈ ਨਾ। ਕਿ ਅੱਜ ਕੀ ਪਤਾ, ਸਾਨੂੰ ਨਹੀਂ ਪਤਾ ਨਾ ਕਿ ਉਹਨਾਂ ਬੱਚਿਆਂ ਨੂੰ ਕੀ ਪਤਾ ਉਹਨਾਂ ਦੀ ਵੀ ਵੀਡੀਓ ਬਣੀ ਹੋਏ, ਉਹਨਾਂ ਦੀ ਵੀਡੀਓਜ਼ ਕਿੱਥੇ ਕਿੱਥੇ ਪਹੁੰਚੀ ਨਹੀਂ ਪਹੁੰਚੀ, ਤੇ ਕੀ ਪਤਾ ਬੰਦ ਰਹਿ ਗਈ ਹੋਏ, ਹੈ ਨਾ। ਕੀ ਪਤਾ ਰਿਕਾਰਡਡ ਹੋਏ ਤੇ ਅਗਲੇ ਦਿਨ ਉਹਨਾਂ ਦੀ ਵੀ ਰਿਲੀਜ਼ ਹੋਣੀ। ਤੇ ਉਹ ਇੱਕ ਜਿਹੜੀ ਕਮਿਊਨਿਟੀ ਆ ਨਾ ਕਿ ਸਟਰੋਂਗ, ਜਿਹੜਾ ਉਹ ਕੰਪੀਟੀਸ਼ਨ ਛੱਡ ਕੇ, ਕਿ ਅਸੀਂ ਕੰਪੀਟੀਸ਼ਨ ਛੱਡ ਕੇ ਹੁਣ ਐਜੂਕੇਸ਼ਨ ਸਿਸਟਮ ਦਾ ਆ ਬਣ ਗਿਆ ਕਿ ਸਕੂਲ ਤੋਂ ਹੀ ਬੱਚੇ ਨੂੰ ਕੰਪੀਟ ਕਰਨਾ ਸਿਖਾ ਦਿੰਦੇ ਆ ਕਿ ਕੰਪੀਟੀਸ਼ਨ ਚੱਲੇ ਕਿ ਆਹ ਕਿੰਨੇ ਫਰਸਟ ਆਣਾ ਤੇ ਆਹ ਕਿੰਨੇ, ਕੌਣ ਕਿੰਨਾ ਅੱਗੇ ਵਧੇਗਾ, ਕੌਣ ਕਿੰਨਾ ਪਿੱਛੇ। ਬਟ ਹੁਣ ਇਹ ਬਹੁਤ ਇੱਕ ਹਿਸਟੋਰੀਕਲ ਮੂਵਮੈਂਟ ਜਿਹੜੀ CU ਨੇ ਸ਼ੁਰੂ ਕੀਤੀ ਆ ਐਜ਼ ਅ ਪ੍ਰਾਈਵੇਟ ਯੂਨੀਵਰਸਿਟੀ। ਤੁਸੀਂ ਜੇ ਦਿੱਲੀ 'ਚ ਕੋਈ ਪ੍ਰਾਈਵੇਟ ਯੂਨੀਵਰਸਿਟੀ ਦੇਖੋ, ਅਸ਼ੋਕਾ ਜਾਂ ਕੋਈ ਹੋਰ ਯੂਨੀਵਰਸਿਟੀ ਦੇਖੋ, ਉੱਥੇ ਵੀ ਬਹੁਤ ਮੁਸ਼ਕਿਲ ਆ। ਪਰ ਇਹ ਤੁਸੀਂ ਆ ਵੀ ਇੱਕ ਐਗਜ਼ਾਮਪਲ ਆ ਕਿ ਕਿੰਨਾ ਡਰ ਗਏ, ਕਿ ਡਰ ਖਤਮ ਹੋ ਗਿਆ ਉਹਨਾਂ ਦਾ ਹੁਣ, ਕਿ ਤੁਸੀਂ ਜੋ ਮਰਜ਼ੀ ਕਰੋ ਅਸੀਂ ਤਾਂ ਨਿਕਲ ਹੈ। ਕੰਡਾ ਟੱਪੀਆਂ, ਤਾਲੇ ਤੋੜਨੇ, ਦਰਵਾਜ਼ੇ ਟੱਪਣੇ। ਇੱਥੇ ਪੰਜਾਬ ਯੂਨੀਵਰਸਿਟੀ 'ਚ ਕਰਨ ਤੋਂ ਪਹਿਲਾਂ ਸਾਰੇ ਡਰਦੇ ਆ ਕਿ ਬਈ ਇੱਦਾਂ ਕਰ ਲੇ ਤਾਂ ਪੁਲਿਸ ਨਾ ਅਰੈਸਟ ਕਰ ਲੇ। ਉਹਨਾਂ ਦਾ ਉਹ ਵੀ ਡਰ ਖਤਮ ਹੋ ਗਿਆ ਕਿ ਅਸੀਂ ਅਰੈਸਟ ਹੋ ਸਕਦੇ ਹਾਂ। ਉੱਥੇ ਜਿਹੜੀ ਪੁਲਿਸ ਆ ਉਹ ਅਰੈਸਟ ਕਰ ਸਕਦੀ ਹੈ। ਲਾਠੀ ਚਾਰਜ ਹੋ ਰਿਹਾ, ਉਹਨਾਂ ਨੇ ਖਾਧਾ, ਉਹ ਅਜੇ ਵੀ ਰੁਕੇ। ਉਹਨਾਂ ਦੇ ਹੁਣ ਪੈਰੈਂਟਸ ਆ ਰਿਹਾ, ਉਹਨਾਂ ਦੇ ਪੈਰੈਂਟਸ ਧੱਕੇ ਨਾਲ ਉਹਨਾਂ ਨੂੰ ਬੁਲਾਇਆ ਜਾ ਰਿਹਾ, ਤੇ ਉਹਨਾਂ ਨੂੰ ਪੈਰੈਂਟਸ ਦੇ ਡਰ ਦਿਖਾਇਆ ਜਾ ਰਿਹਾ ਕਿ ਪੈਰੈਂਟਸ ਨੇ ਤਾਂ ਪੈਸੇ ਲਾਇਆ, ਕਿੰਨਾ ਪੈਸੇ ਲਾਤਾ, ਉਹ ਕਿਉਂ ਚਾਹੀਏ ਉਹਨਾਂ ਦਾ ਪੈਸਾ ਡੁੱਬੇ ਤੇ ਬੱਚੇ ਨੂੰ ਕੱਢ ਦੇ, ਤੇ ਕੀ ਪਤਾ ਅੱਗੇ ਕੋਈ ਯੂਨੀਵਰਸਿਟੀ ਐਡਮਿਸ਼ਨ ਨਾ ਦੇ। ਤੇ ਇਹ ਡਰ ਜਿਹੜਾ ਨਾ, ਉਹ ਡਰ ਖਤਮ ਕੀਤਾ। ਇਹ ਮੂਵਮੈਂਟ ਹਿਸਟੋਰੀਕਲ ਆ, ਤੇ ਸ਼ਾਇਦ ਮਤਲਬ ਅੱਗੇ ਆਉਣ ਵਾਲੀ ਜਿੰਨੀ ਵੀ ਜੈਂਡਰ ਤੇ ਜਾਂ ਕਿਸੇ ਔਰਤਾਂ ਦੇ ਹੱਕ ਲਈ ਜਾਂ ਸਟੂਡੈਂਟਸ ਦੇ ਹੱਕ ਲਈ ਆਹ ਮੂਵਮੈਂਟ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਵਾ। ਪਬਲਿਕ ਯੂਨੀਵਰਸਿਟੀ ਤੇ ਸਪੈਸ਼ਲੀ ਕਿ ਜੇ ਪ੍ਰਾਈਵੇਟ ਯੂਨੀਵਰਸਿਟੀ 'ਚ ਇੰਨਾ ਇਕੱਠ ਹੋ ਸਕਦਾ, ਇੰਨਾ ਸਟਰਗਲ ਲੋਕ ਕਰ ਸਕਦੇ, ਸਟੂਡੈਂਟਸ ਕਰ ਸਕਦੇ ਆ, ਤੇ ਪਬਲਿਕ ਯੂਨੀਵਰਸਿਟੀ 'ਚ ਇੰਪੋਰਟੈਂਟ ਆ ਤੇ ਹੋ ਵੀ ਸਕਦਾ। ਲੱਗਦਾ ਤੁਹਾਨੂੰ ਕਿ ਜਿਹੜੀ ਇਸ ਤਰ੍ਹਾਂ ਦੀ ਪ੍ਰਾਈਵੇਟ ਯੂਨੀਵਰਸਿਟੀਆਂ ਬੜੀਆਂ ਘਾਤਕ ਨੇ, ਜਿੱਥੇ ਵਿਦਿਆਰਥੀ ਜਥੇਬੰਦੀਆਂ ਨਹੀਂ ਹੁੰਦੀਆਂ, ਉੱਥੇ ਅਕਸਰ ਹੀ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਦਬਾਇਆ ਜਾਂਦਾ ਹੈ? ਦੇਖੋ ਉਹ ਐਫੀਡੇਵਿਟ ਸਾਈਨ ਕਰਾਉਂਦੇ ਆ ਪਹਿਲਾਂ ਕਿ ਜੇ ਤੁਸੀਂ ਆਏ ਤੁਸੀਂ ਇੱਥੇ ਕੋਈ ਪੋਲੀਟੀਕਲ ਆਰਗੇਨਾਈਜੇਸ਼ਨਸ ਨਹੀਂ ਬਣ ਸਕਦੀਆਂ, ਹੈ ਨਾ। ਉਹ ਕਿਉਂ ਕਰਾਉਂਦੇ ਆ? ਉਹਨਾਂ ਨੂੰ ਪਤਾ ਚਾਹੇ ਜਿੰਨੀ ਸਟੂਡੈਂਟ ਆਰਗੇਨਾਈਜੇਸ਼ਨਸ ਹੁੰਦੀਆਂ ਉਹ ਜਿਸ ਵੀ ਲੈਵਲ 'ਤੇ ਕੰਮ ਕਰੇ, ਚਾਹੇ ਪੋਲੀਟੀਕਲੀ ਉਹਨਾਂ ਦਾ ਪਿੱਛੇ ਬੈਕਗਰਾਊਂਡ ਹੋ, ਬਟ ਜਦੋਂ ਮੁੱਦਾ ਵਿਦਿਆਰਥੀਆਂ ਸਟੂਡੈਂਟਸ 'ਤੇ ਆਉਂਦਾ, ਸਾਰੀ ਇਕੱਠੀ ਹੋ ਕੇ ਕੰਮ ਕਰਦੀਆਂ। ਇਹ PU ਵਿੱਚ ਵੀ ਹੈ, ਇਹ DU ਵਿੱਚ ਵੀ ਆ,
ਤੁਸੀਂ ਚਲੋ ਇੱਕ ਧੇੜੇ ਮਤਲਬ ਇੱਕ ਇੱਦਾਂ ਦਾ ਬੀਜੇਪੀ ਦਾ ਜਿਹੜਾ ਆਰਐਸਐਸ ਦਾ ਉਹ ਨਹੀਂ ਆਉਂਦੇ ਜਾਂ ਉਹਨਾਂ ਨੂੰ ਬੁਲਾਇਆ ਵੀ ਨਹੀਂ ਜਾਂਦਾ, ਬਟ ਕੋਈ ਵੀ ਹੋਏ ਚਾਹੇ ਐਨਐਸ ਸੋਈ ਹੋਏ ਹੈ ਨਾ, ਜਿਹੜੀ ਆਰਗੇਨਾਈਜੇਸ਼ਨ ਪੋਲੀਟੀਕਲੀ ਐਫੀਲੀਏਟਡ ਆ ਉਹ ਵੀ ਖੜੀ ਹੁੰਦੀਆਂ। ਕਿਉਂ ਹੁੰਦੀਆਂ? ਕਿਉਂਕਿ ਸਾਨੂੰ ਪਤਾ ਕਿ ਸਾਡੀ ਜੋ ਵੀ ਅੱਗੇ ਆਈਡੀਓਲੋਜੀ ਆ, ਜੋ ਵੀ ਸਾਡਾ ਇੱਕ ਹੁੰਦਾ ਨਾ ਮਾਈਂਡ ਸੈਟ ਆ, ਪਰ ਸਾਡਾ ਰਿਸਪੌਂਸਿਬਿਲਿਟੀ ਹੈ ਲੜਨਾ। ਉਹ ਕਿਉਂ ਨਹੀਂ ਕਿ ਜੇ ਕੋਈ ਇੱਕ ਵੀ ਆਰਗੇਨਾਈਜੇਸ਼ਨ ਉੱਥੇ ਐਗਜ਼ਿਸਟੈਂਸ 'ਚ ਆਈ ਤੇ ਉਹਨਾਂ ਨੇ ਸਟੂਡੈਂਟਸ ਨੂੰ ਉਹਨਾਂ ਦੇ ਰਾਈਟਸ ਲਈ ਅਵੇਅਰ ਕਰਨਾ। ਜਦੋਂ ਸਟੂਡੈਂਟਸ ਰਾਈਟਸ ਲਈ ਅਵੇਅਰ ਹੋਏ ਤੇ ਇਹਨਾਂ ਦਾ ਜਿਹੜਾ ਬਿਜ਼ਨਸ ਆ ਪ੍ਰਾਈਵੇਟ ਐਜੂਕੇਸ਼ਨ ਸਿਸਟਮ ਦਾ ਕਿ ਪੈਸੇ ਲੈਣੇ, ਐਜੂਕੇਸ਼ਨ ਤੇ ਪਬਲਿਕ ਵੀ ਕਿ ਐਜੂਕੇਸ਼ਨ ਸਿਸਟਮ ਜਿਹੜਾ ਉਹਨਾਂ ਫ੍ਰੀ ਹੋਣਾ ਚਾਹੀਦਾ। ਜੇ ਉਹਨਾਂ ਨੂੰ ਅਕਲ ਆ ਗਈ ਤੇ ਇਹਨਾਂ ਦਾ ਬਿਜ਼ਨਸ ਬੰਦ ਹੋ ਜਾਣੇ। ਮਾਫ ਕਰਨਾ, ਮੈਂ ਤੁਹਾਡੀ ਇੱਕ ਗੱਲ ਵਿੱਚ ਟੋਕਦਾ। ਕੱਲ ਉੱਥੇ ਕਾਲਜ ਪ੍ਰਸ਼ਾਸਨ ਸੀਯੂ ਦਾ ਪ੍ਰਸ਼ਾਸਨ ਇਹ ਵੀ ਕਹਿ ਰਿਹਾ ਸੀ ਕਿ ਬਾਹਰ ਦੀ ਯੂਨੀਵਰਸਿਟੀ ਦੇ ਇੱਥੇ ਜਵਾਕ ਆਏ ਉਹ ਸਾਡੇ ਬੱਚਿਆਂ ਨੂੰ ਭੜਕਾ ਰਿਹਾ ਹੈ, ਲਾਈਕ ਪੰਜਾਬ ਯੂਨੀਵਰਸਿਟੀ ਜਾਂ ਕੋਈ ਹੋਰ ਨਿੱਜੀ ਯੂਨੀਵਰਸਿਟੀ ਦਾ ਵੀ ਨਾਂ ਲੈ ਰਹੇ ਸੀ ਕਿ ਜੀ ਆਹ ਤਾਂ ਜਥੇਬੰਦੀਆਂ ਦੇ ਲੋਕ ਆਏ ਆ, ਸਾਡੇ ਬੱਚਿਆਂ ਨੂੰ ਮਿਸਗਾਈਡ ਕੀਤਾ ਜਾ ਰਿਹਾ, ਉਹਨਾਂ ਨੂੰ ਭੜਕਾਇਆ ਜਾ ਰਿਹਾ। ਤਾਂ ਲੱਗਦਾ ਵੀ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਵੀ ਸੀਗਾ। ਦੇਖੋ ਮਿਸਗਾਈਡੈਂਸ ਜਦੋਂ ਅਸੀਂ ਉਹ ਵਰਡ ਨੂੰ ਜੇ ਤੋੜਦੇ ਆ ਨਾ, ਉਹ ਮਿਸਗਾਈਡੈਂਸ ਦਾ ਮਤਲਬ ਵੀ ਹੈ ਕਿ ਬੱਚਿਆਂ ਨੂੰ ਉਹਨਾਂ ਦੇ ਹੱਕਾਂ ਦੇ ਬਾਰੇ ਦੱਸਿਆ ਜਾ ਰਿਹਾ। ਤੇ ਜੇ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਪੋਲੀਟੀਕਲ ਮੂਵਮੈਂਟਸ ਆ, ਚਾਹੇ ਕੋਈ ਵੀ ਜਥੇਬੰਦੀ ਹੋਏ, ਇਹ ਇੱਕ ਆਪਣੇ ਆਪ 'ਚ ਇੱਕ ਮਤਲਬ ਐਗਜ਼ਾਮਪਲ ਆ ਕਿ ਅਸੀਂ ਸਿਰਫ ਆਪਣੀ ਯੂਨੀਵਰਸਿਟੀ ਤੱਕ ਸੀਮਿਤ ਨਹੀਂ ਹੁੰਦਾ ਕੋਈ ਵੀ। ਤੇ ਪੋਲੀਟਿਕਸ ਆਪਣੀ ਯੂਨੀਵਰਸਿਟੀ ਨਹੀਂ ਹੁੰਦੀ, ਪੋਲੀਟਿਕਸ ਹਮੇਸ਼ਾ ਯੂਨੀਵਰਸਿਟੀ ਤੋਂ ਸੋਸਾਇਟੀ ਦਾ ਪਾਰਟ ਹੁੰਦੀ ਹੈ, ਹਿੱਸਾ ਹੁੰਦੀ ਆ। ਤੇ ਸਾਡੀ ਰਿਸਪੌਂਸਿਬਿਲਿਟੀ ਬਣਦੀ ਆ, ਜੇ ਸਾਨੂੰ ਇੱਥੇ ਕੁਛ ਹੋ ਰਿਹਾ ਅਸੀਂ ਇੱਥੇ ਵੀ ਬੋਲਾਂਗੇ, ਜੇ ਸੀਯੂ ਹੋ ਰਿਹਾ ਸੀਯੂ ਵੀ ਬੋਲਾਂਗੇ, ਜੇ ਦਿੱਲੀ ਯੂਨੀਵਰਸਿਟੀ ਲਈ ਵੀ ਬੋਲਾਂਗੇ। ਇੱਥੇ ਕੁਛ ਹੁੰਦਾ ਦਿੱਲੀ ਯੂਨੀਵਰਸਿਟੀ ਵੀ ਆਪਣੀ ਸਟੇਟਮੈਂਟਸ ਪਾਉਂਦੀ ਆ, ਚਾਹੇ ਸਾਊਥ ਇੰਡੀਆ ਕੁਛ ਹੋ ਰਿਹਾ, ਚਾਹੇ ਈਸਟ ਹੋ ਰਿਹਾ ਹੋਏ, ਕਿਤੇ ਵੀ ਹੋ ਰਿਹਾ ਹੋਏ। ਸਟੂਡੈਂਟ ਆਰਗੇਨਾਈਜੇਸ਼ਨਸ ਦੀ ਐਗਜ਼ਿਸਟੈਂਸ ਹੀ ਆਪਣੇ ਹੱਕਾਂ ਲਈ, ਸਟੂਡੈਂਟਸ ਦੇ ਹੱਕਾਂ ਲਈ ਆ। ਜਿਹੜੇ ਮਾਰਜਨਲਾਈਜ਼ ਸੁਸਾਇਟੀ ਤੋਂ ਸਟੂਡੈਂਟਸ ਆਉਂਦੇ ਸਪੈਸ਼ਲੀ ਉਹਨਾਂ ਦੇ ਹੱਕਾਂ ਲਈ ਹੁੰਦੀ ਆ। ਅਤੇ ਸਿਰਫ ਸੀਯੂ ਦੀ ਨਹੀਂ ਹੈ, ਅਤੇ ਆਪਣੀ ਯੂਨੀਵਰਸਿਟੀ ਵੀ ਕਹਿੰਦੇ ਆ ਕਿ ਜਿਹੜੀ ਆਰਗੇਨਾਈਜੇਸ਼ਨਸ ਆ ਸਟੂਡੈਂਟਸ ਨੂੰ ਭੜਕਾ ਰਹੀਆਂ ਵਾ। ਭੜਕਾਉਣਾ ਮੁੱਦਾ ਨਹੀਂ, ਮਤਲਬ ਭੜਕਾਉਣਾ ਆਪਣਾ ਕੋਈ ਵੀ ਉਹ ਨਹੀਂ ਹੁੰਦਾ। ਅਸੀਂ ਸਿਰਫ ਜਾ ਕੇ ਸਟੂਡੈਂਟਸ ਨੂੰ ਦੱਸਦੇ ਹਾਂ ਕਿ ਆਹ ਤੁਹਾਡਾ ਰਾਈਟ ਆ। ਉਹਨਾਂ ਨੂੰ ਕਿਉਂਕਿ ਕਿਸੇ ਨੇ ਦੱਸਿਆ ਹੀ ਨਹੀਂ, ਕਿਉਂਕਿ ਉਹਨਾਂ ਨੇ ਦੱਸਤਾ ਜੇ ਕਿਸੇ ਨੇ ਤੇ ਉਹ ਆਪ ਆਪਣੇ ਹੱਕਾਂ ਲਈ ਲੜਨ ਲੱਗ ਜਾਏਗੇ। ਸਟੂਡੈਂਟ ਆਰਗੇਨਾਈਜੇਸ਼ਨ ਦੀ ਐਗਜ਼ਿਸਟੈਂਸ ਹੀ ਸਿਰਫ ਉਹਨਾਂ ਦੇ ਦੂਜੇ ਸਟੂਡੈਂਟਸ ਨੂੰ ਉਹਨਾਂ ਦੇ ਰਾਈਟਸ ਦੱਸਣ ਲਈ ਹੁੰਦੀ ਆ। ਤੇ ਇਹ ਤਾਂ ਚਲੋ ਇਹ ਤਾਂ ਚੱਲਦਾ ਹੀ ਰਹਿੰਦਾ। ਤੇ ਆਪਣੀ ਯੂਨੀਵਰਸਿਟੀ ਵੀ ਕਹਿੰਦੀ ਰਹਿੰਦੀ ਕਿ ਭੜਕਾ ਰਿਹਾ ਬੱਚਿਆਂ ਨੂੰ, ਭੜਕਾਇਆ ਨਹੀਂ ਜਾਂਦਾ, ਇਹ ਆਪਣੇ ਹੱਕਾਂ ਲਈ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ। ਜੀ ਬਿਲਕੁਲ। ਮੇਰਾ ਅਖੀਰਲਾ ਸਵਾਲ ਤੁਹਾਨੂੰ ਹੈ ਕਿ ਕੱਲ ਜਿਹੜੀ ਬੜੀ ਕਮਾਲ ਦੀ ਚੀਜ਼ਾਂ ਦੇਖਣ ਨੂੰ ਮਿਲੀਆਂ ਉੱਥੇ, ਜਿੱਥੇ ਆਮ ਤੌਰ 'ਤੇ ਸਾਡੇ ਬੁੱਧੀਜੀਵੀ ਜਿਹੜੇ ਪੰਜਾਬ ਦੇ ਬੜੇ ਐਕਟਿਵ ਹੁੰਦੇ ਆ ਸੋਸ਼ਲ ਮੀਡੀਆ 'ਤੇ, ਹਰ ਮੁੱਦੇ 'ਤੇ ਉਹਨਾਂ ਨੇ ਬੋਲਣਾ ਹੁੰਦਾ, ਬੜੇ ਲੀਡਰ ਵੀ ਹੈਗੇ ਆ, ਬੜੇ ਬੋਲਦੇ ਆ, ਲੇਕਿਨ ਕੱਲ ਮੁੱਦੇ 'ਤੇ ਬੜੇ ਹੀ ਚੁੱਪੀ ਧਾਰੀ ਕਈ ਚੈਨਲ ਸੀ ਜਿਨ੍ਹਾਂ ਨੇ ਇਹ ਸਿਰਫ ਉੱਥੇ ਮੈਂਸ਼ਨ ਕੀਤਾ ਕਿ ਇੱਕ ਨਿੱਜੀ ਯੂਨੀਵਰਸਿਟੀ ਹੈ, ਈਵਨ ਨਾਂ ਵੀ ਨਹੀਂ ਲਿਖਿਆ ਗਿਆ। ਕੁਝ ਤਾਂ ਕਹਿ ਰਹੇ ਸੀ ਕਿ ਇਹ ਪੰਜਾਬ ਯੂਨੀਵਰਸਿਟੀ ਹੈ, ਤੇ ਕੁਝ ਜਿਹੜੇ ਨਿਊਜ਼ਪੇਪਰਸ ਨੇ ਵੀ ਇਸ ਤਰ੍ਹਾਂ ਦੀਆਂ ਖਬਰਾਂ ਛਾਪੀਆਂ, ਜਾਂ ਫਿਰ ਕੁਝ ਲੀਡਰ ਵੀ ਚੁੱਪੀ ਧਾਰੀ। ਉਹਨੂੰ ਕਿਸ ਤਰ੍ਹਾਂ ਦੇਖਦੇ? ਦੇਖੋ ਤੁਹਾਨੂੰ ਪਤਾ ਹੀ ਹੈ ਇੰਨਾ ਤਾਂ ਕਿ ਜਿਹੜੀ ਪੋਲੀਟੀਕਲ ਪਾਰਟੀਜ਼ ਹੈ ਪਲੱਸ ਜਿਹੜੇ ਕੈਪੀਟਲਿਸਟ ਲੋਕ ਹੈ ਜਿਨ੍ਹਾਂ ਕੋਲ ਪੈਸਾ ਜ਼ਿਆਦਾ ਹੈ, ਉਹ ਬਹਿੰਦੇ ਨੇ ਇਕੱਠੇ। ਯੂਨੀਵਰਸਿਟੀ ਦੇ ਵਿੱਚ ਵੀ ਪੈਸਾ ਸਾਰਿਆਂ ਨੇ ਮਿਲ ਕੇ ਲਾਇਆ ਹੋਇਆ ਹੈ। ਤਾਂ ਇਹੀ ਰੀਜ਼ਨ ਹੈ ਚੁੱਪੀ ਦਾ, ਹੋਰ ਕੋਈ ਰੀਜ਼ਨ ਨਹੀਂ ਹੈ। ਕਿਉਂਕਿ ਉਹ ਜੇ ਹੁਣ ਇਨਵੈਸਟੀਗੇਸ਼ਨ, ਜੇ ਹੁਣ ਯੂਨੀਵਰਸਿਟੀ ਦੇ ਉੱਤੇ ਕੋਈ ਨਾ ਕੋਈ ਰਿਸਪੌਂਸਿਬਿਲਿਟੀ ਆਉਂਦੀ ਆ, ਤਾਂ ਫਿਰ ਇਹ ਜਿਹੜੇ ਪੋਲੀਟੀਕਲ ਲੋਕ ਹੈ ਇਹਨਾਂ 'ਤੇ ਵੀ ਰਿਸਪੌਂਸਿਬਿਲਿਟੀ ਆਉਂਦੀ ਆ ਆਪਣੀ ਰੈਪੂਟੇਸ਼ਨ ਬਚਾਉਣ ਲਈ। ਇਹ ਆਮ ਲੋਕ ਤੁਸੀਂ ਦੇਖਿਆ ਹੀ ਹੈ, ਲੋਕਾਂ ਦੇ ਹੱਕ ਇੰਪੋਰਟੈਂਟ ਨਹੀਂ ਹੁੰਦੇ। ਜਦ ਇੱਦਾਂ ਦੇ ਟਾਈਮ ਆਉਂਦੇ ਤਾਂ ਚੁੱਪ ਕਰ ਜਾਂਦੇ। ਅੱਜ ਪਹਿਲੀ ਵਾਰ ਨਹੀਂ ਹੋਇਆ, ਪਹਿਲਾਂ ਵੀ ਬਹੁਤ ਵਾਰ ਹੋਇਆ ਹੈ। ਪਰ ਇਹ ਤੁਸੀਂ ਦੇਖ ਲਓ ਵੀ ਜਿਹੜਾ ਪ੍ਰੈਸ਼ਰ ਲੋਕਾਂ ਵੱਲੋਂ ਹੈ ਨਾ, ਉਹ ਇਹਨਾਂ ਨੂੰ ਜਿੱਤਣ ਨਹੀਂ ਦੇਗਾ। ਇਹਨਾਂ ਨੂੰ ਜੇ ਸਟੇਟਮੈਂਟ ਨਹੀਂ ਦੇਣੀ, ਕੁਛ ਨਹੀਂ ਦੇਣਾ, ਇਨਵੈਸਟੀਗੇਸ਼ਨ ਤਾਂ ਹੋਏਗੀ ਹੁਣ, ਕਿਉਂਕਿ ਮੁੱਦਾ ਇੰਨਾ ਬੜਾ ਚੁੱਕਿਆ। ਓਬਵੀਅਸਲੀ ਉਦੋਂ ਤੱਕ ਤਾਂ ਇਹਨਾਂ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ ਜਿੱਥੇ ਤੱਕ ਲੁਕੋ ਸਕਦੇ ਸੀ, ਬਟ ਹੁਣ ਇੱਕ ਵਾਰ ਜਦੋਂ ਉਹ ਚੀਜ਼ ਬਲਾਸਟ ਹੀ ਹੋ ਗਈ, ਸਾਰੇ ਪਾਸੇ ਪਤਾ ਹੀ ਲੱਗ ਗਿਆ ਵੀ ਗੱਲ ਕੀ ਹੈ ਤੇ ਲੋਕਾਂ ਦਾ ਪ੍ਰੈਸ਼ਰ ਹੈ, ਤੇ ਹੁਣ ਰੁਕ ਨਹੀਂ ਸਕਦਾ। ਸਿੱਟ ਵੀ ਬਣ ਗਈ ਹੈ, ਹੁਣ ਉਹਦਾ ਵੀ ਕੁਛ ਆਏਗਾ। ਇਹ ਹੁਣ ਅੱਗੇ ਹੁਣ ਇੱਕ ਮੋਸ਼ਨ 'ਚ ਪੈ ਗਈਆਂ ਚੀਜ਼ਾਂ ਜਿਹੜੀਆਂ ਕਿ ਹੁਣ ਉਹ ਰੋਕ ਨਹੀਂ ਸਕਦੇ। ਉਹਨਾਂ ਨੇ ਹੁਣ ਵੀ ਇਹੀ ਚੁੱਪੀ ਸਾਧ ਸਕਦੇ ਆ। ਮੈਨੂੰ ਵੀ ਖੁਦ ਪਰਸਨਲੀ ਜਾਣਦੇ ਆ ਲੋਕ, ਜਿਹੜੇ ਪਰਸਨਲੀ ਕਹਿ ਸਕਦੇ ਅਕੁਇੰਟੈਂਸਿਸ ਜਾਣਦੇ ਆ ਲੋਕ ਜਿਹੜੇ ਹੈਗੇ ਆ, ਜਿਹਨਾਂ ਦਾ ਸੀਯੂ 'ਚ ਸ਼ੇਅਰ ਹੈ ਜਾਂ ਉਹ ਸੀਯੂ ਦੇ ਵਿੱਚ ਉਹਨਾਂ ਦਾ ਕੋਈ ਪੈਸਾ ਲੱਗਿਆ ਹੋਇਆ। ਨਹੀਂ ਕੋਈ ਬੋਲ ਰਿਹਾ, ਚੁੱਪ ਹੀ ਨੇ ਸਾਰੇ। ਸੋ ਬਿਲਕੁਲ ਸਮਾਂ ਦੇਣ ਲਈ ਧੰਨਵਾਦ ਮੈਡਮ। ਸੋ ਇਹ ਸਨ PFUS ਦੀ ਵਿਦਿਆਰਥਣਾਂ ਜਿਨ੍ਹਾਂ ਨੇ ਦੱਸਿਆ ਕਿ ਜੇਕਰ ਪੰਜਾਬ ਦੇ ਜਾਂ ਦੇਸ਼ ਭਰ ਦੇ ਕਿਸੇ ਵੀ ਕਾਲਜ ਦੇ ਇਸ ਤਰ੍ਹਾਂ ਦਾ ਮਾਮਲਾ ਆਉਂਦਾ ਤਾਂ ਉਹ ਇਸ ਦੀ ਆਵਾਜ਼ ਜ਼ਰੂਰ ਬੁਲੰਦ ਕਰਨਗੇ। ਸੋ ਦੇਖਣਾ ਇਹ ਹੋਇਆ ਕਿ ਅੱਜ
ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਸਿੱਟ ਬਣਾਈ ਗਈ ਹੈ ਉਹਦਾ ਫੈਸਲਾ ਕੀ ਆਂਦਾ, ਉਹ ਕਿਸ ਤਰ੍ਹਾਂ ਯੂਨੀਵਰਸਿਟੀ ਦੇ ਉੱਤੇ ਕਾਰਵਾਈ ਕਰਦੀ ਆ। ਸੋ ਇਸ ਖਾਸ ਪੇਸ਼ਕਸ਼ ਵਿੱਚ ਇੰਨਾ ਹੀ। ਮੈਂ ਕੈਮਰਾ ਪਰਸਨ ਮਨੋਜ ਕੁਮਾਰ ਦੇ ਨਾਲ ਮੋਹਿਤ ਸੋਨੀ,